सतनाम श्री वाहिगुरु साहिब जीओ। ज्ञान ध्यान किछ कर्म ना जाना, नाहिन निर्मल करनी। साध संगत का अंचल लावो, बिखमा नदी जाए तरनी। जेता समुंद सागर नीर भरिया, तेते अवगुण हमारे। दया करो किछ मेहर उपावो, डुबदे पत्थर तारे। दया करो किछ मेहर उपावो, डुबदे पत्थर तारे। जुगो जुगा टल चावर शब्द तखत दे मालक, दसां पातशाहियां जी दी जोत, हाजर नाजर श्री गुरु ग्रंथ साहिब महाराज दे पावन पवित्र सतगुरां दे सन्मुख हजूरी अंदर जुड़ बैठी गुरु प्यारी गुरु सवारी, गुरु की साजी साज के नवाजी। गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलां दे नाल मन बिरदियां कागर करके जुड़ करके बहन दी कृपालता करिए। समय और श्वासां नूं सफला करिए। सतगुरां दियां खुशियां प्राप्त करना करिए। चल रही लड़ीवार शब्द विचार कथा गुरबाणी सरवण करना करिए। आप संगत ने जो हुण तक लड़ीवार शब्द विचार कथा गुरबाणी सरवण कीती है, ਉਹ ਵਿਚਾਰੇ ਇਥੋਂ ਤੱਕ ਸੀ ਕਿ ਜਿਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਕਿਰਪਾਲੂ ਦਿਆਲੂ ਸਤਿਗੁਰੂ ਜੀ ਅੰਮ੍ਰਿਤਸਰ ਦੀ ਧਰਤੀ ਤੇ ਸਤਿਗੁਰੂ ਜੀ ਵਿਰਾਜਮਾਨ ਹੈ ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਬੇਅੰਤ ਬਖਸ਼ਿਸ਼ਾਂ ਰਹਿਮਤਾਂ ਕਰ ਰਹੇ ਸਨ। ਤੇ ਕਹਿੰਦੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਦੇ 5 ਸਾਹਿਬਜ਼ਾਦੇ, ਉਹਨਾਂ ਦੇ ਵਿੱਚੋਂ ਬਾਬਾ ਟਲ ਰਾਏ ਜੀ ਜਿਨ੍ਹਾਂ ਦੇ ਉੱਤੇ ਪੂਰਨ ਕਿਰਪਾ ਰਹਿਮਤ ਹੈ, ਪ੍ਰਮਾਤਮਾ ਦੀ ਬਖਸ਼ਿਸ਼ ਹੈ। ਉਹ ਜਿਹੜਾ ਵੀ ਬਚਨ ਕਹਿ ਦਿੰਦੇ ਸਨ, ਭਾਵੇਂ ਖੁਸ਼ੀ ਵਿੱਚ ਭਾਵੇਂ ਮਨ ਦੀ ਵਡਿਆਈ ਦੇ ਵਿੱਚ, ਮਨ ਦੀ ਆਪਣੇ ਵਿਚਾਰ ਦੇ ਵਿੱਚ ਕੋਈ ਵੀ ਬਚਨ ਕਹਿ ਦਿੰਦੇ ਸਨ ਉਹ ਪੂਰਾ ਹੁੰਦਾ ਸੀ। ਆਪਣੀ ਮੌਜ ਵਿੱਚ ਜੋ ਬਚਨ ਕਹਿ ਦਿੰਦੇ ਸਨ ਪੂਰਾ ਹੁੰਦਾ ਸੀ। ਤੇ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੈ। ਕਹਿੰਦੇ ਇਸੇ ਤਰ੍ਹਾਂ ਨਗਰ ਅੰਮ੍ਰਿਤਸਰ ਦੀ ਧਰਤੀ ਦੇ ਜਿਹੜੇ ਲੋਕ ਨੇ ਬਾਬਾ ਟਲ ਰਾਏ ਜੀ ਦਾ ਬੜਾ ਸਤਿਕਾਰ ਪਏ ਕਰਦੇ, ਅਦਬ ਸਤਿਕਾਰ ਕਰਦੇ ਆ, ਉਹਨਾਂ ਦੀ ਵਡਾਈ ਬਹੁਤ ਕਰਦੇ ਆ। ਤੇ ਕਈ ਦਫਾ ਕਹਿੰਦੇ ਬਾਬਾ ਟਲ ਰਾਏ ਜੀ ਤੋਂ ਹੀ ਬੇਨਤੀ ਕਰਕੇ ਉਹ ਦਾਤ ਪ੍ਰਾਪਤ ਕਰ ਲੈਂਦੇ ਸਨ। ਸਤਿਗੁਰੂ ਜੀ ਦੇ ਕੋਲ ਜਾਣ ਦੀ ਲੋੜ ਨਹੀਂ ਸੀ ਪੈਂਦੀ। ਦੂਜਾ ਸਤਿਗੁਰੂ ਜੀ ਤੋਂ ਝਿਜਕਦੇ ਵੀ ਸਨ ਕਈ ਦਫਾ ਕਈ ਸੇਵਕ। ਸਤਿਗੁਰੂ ਜੀ ਤੋਂ ਝਿਜਕਦੇ ਡਰਦੇ ਮਾਰੇ ਅੱਗੇ ਨਹੀਂ ਸੀ ਹੁੰਦੇ। ਕਈ ਦਫਾ ਇਹ ਵਿਚਾਰ ਕਰਕੇ ਬਾਬਾ ਟਲ ਰਾਏ ਜੀ ਦੇ ਸਨਮੁਖ ਬੇਨਤੀ ਕਰਕੇ ਉਹ ਦਾਤ ਪ੍ਰਾਪਤ ਕਰ ਲੈਂਦੇ ਸਨ। ਹੁਣ ਏਦਾਂ ਸਮਾਂ ਬਤੀਤ ਹੁੰਦਾ ਗਿਆ। ਕਹਿੰਦੇ ਇੱਕ ਦਿਨ ਬਾਬਾ ਟਲ ਰਾਏ ਜੀ ਦਾ
ਆਪਣੇ ਸਾਥੀਆਂ ਸਮੇਤ ਖੇਡ ਰਹੇ ਸਨ, ਜਿਨ੍ਹਾਂ ਦੇ ਵਿੱਚੋਂ ਇੱਕ ਸਾਥੀ ਮੋਹਨ ਨਾਮ ਦਾ ਇਹਨਾਂ ਦਾ ਮਿੱਤਰ ਹੈ, ਸਾਥੀ ਹੈ। ਉਹ ਸਵੇਰ ਤੋਂ ਲੈ ਕੇ ਦੁਪਹਿਰ ਤੋਂ ਸ਼ਾਮ ਤੱਕ ਕਹਿੰਦੇ ਗੇਂਦ ਔਰ ਖੂੰਡੀ ਦੀ ਖੇਡ ਖੇਡਦੇ ਰਹੇ। ਸ਼ਾਮ ਪੈ ਗਈ, ਸਾਰੇ ਮਿੱਤਰਾਂ ਨੇ ਵਿਚਾਰ ਬਣਾਈ ਘਰੇ ਚੱਲੀਏ ਆਪੋ ਆਪਣੇ, ਸ਼ਾਮ ਹੋ ਗਈ ਹੈ। ਇਧਰੋਂ ਬਾਬਾ ਮੋਹਨ ਜੀ ਦੇ, ਬਾਬਾ ਟਲ ਰਾਏ ਜੀ ਦੇ ਨਾਲ ਜਿਹੜੇ ਸੇਵਕ ਗਏ ਨੇ, ਉਹਨਾਂ ਨੇ ਵੀ ਸਨਮੁਖ ਬੇਨਤੀ ਕੀਤੀ ਕਿ ਬਾਬਾ ਟਲ ਰਾਏ ਜੀ ਤੁਸੀਂ ਚੱਲੋ ਘਰ ਵਿਖੇ, ਦਰਬਾਰ ਸਾਹਿਬ ਵਿਖੇ ਚੱਲੋ, ਕਾਫੀ ਸਮਾਂ ਬਤੀਤ ਹੋ ਗਿਆ ਤੁਹਾਨੂੰ ਖੇਡਦਿਆਂ ਨੂੰ, ਤੇ ਹੁਣ ਚੱਲਣਾ ਚਾਹੀਦਾ। ਕਾਫੀ ਸਮਾਂ ਜੋ ਹਨੇਰਾ ਹੋਣ ਦਾ ਹੋ ਜਾ ਰਿਹਾ, ਤੁਸੀਂ ਚੱਲੋ, ਚੱਲ ਕੇ ਸਤਿਗੁਰ ਦੇ ਸਨਮੁਖ ਜੋ ਵਿਚਾਰ ਪ੍ਰਾਪਤ ਕਰੋ। ਤੇ ਉਸ ਵੇਲੇ ਬਾਬਾ ਟਲ ਰਾਏ ਜੀ ਨੇ ਆਪਣੇ ਸਾਥੀਆਂ ਨੂੰ ਕਹਿ ਦਿੱਤਾ, ਇਹੀ ਖੇਡ ਕਹਿੰਦੇ ਕੱਲ ਨੂੰ ਸ਼ੁਰੂ ਕਰਾਂਗੇ ਇੱਥੋਂ ਹੀ। ਤੇ ਜਿਹੜੀ ਉਹ ਖੇਡ ਦੀ ਦਾਈ ਹੈ, ਵਾਰੀ ਹੈ, ਕਹਿੰਦੇ ਮੋਹਨ ਨਾਮ ਦੇ ਲੜਕੇ ਦੇ ਸਿਰ ਰੱਖੀ ਗਈ ਆ ਕਿ ਕੱਲ ਨੂੰ ਤੂੰ ਭਾਈ ਇਹ ਦਾਈ ਇੱਥੋਂ ਦੇਣੀ ਹੈ, ਇੱਥੋਂ ਹੀ ਆ ਕੇ ਵਾਰੀ ਦੇਣੀ ਆ ਖੇਡ ਦੀ। ਤੇ ਕਹਿੰਦੇ ਉਹ ਜਿਹੜੇ ਬਾਬਾ ਟਲ ਰਾਏ ਦੇ ਮਿੱਤਰ ਸਨ, ਦੋਸਤ ਸਨ, ਉਹ ਖੇਡਦੇ ਖੇਡਦਿਆਂ ਨੇ ਖੇਡ ਸਮਾਪਤੀ ਕੀਤੀ, ਆਪੋ ਆਪਣੇ ਘਰੇ ਚਲੇ ਗਏ। ਅਚਨਚੇਤ ਕਹਿੰਦੇ ਉਸ ਵਕਤ ਇੱਕ ਬਹੁਤ ਵੱਡਾ ਵਪਾਰੀ ਜੋ ਕਿ ਖੱਤਰੀਆਂ ਦੇ ਨਾਲ ਸੰਬੰਧਿਤ ਹੈ, ਜਿਸ ਦਾ ਨਾਮ ਗੁਰਮੁਖ ਹੈ, ਤੇ ਕਈ ਲੋਕ ਨੂੰ ਗੁਰਮੁਖ ਖੱਤਰੀ ਕਹਿੰਦੇ ਆ ਤੇ ਕਈ ਗੁਰਮੁਖ ਕੱਲਾ ਕਹਿ ਦਿੰਦੇ ਆ। ਉਹਦਾ ਪੁੱਤਰ ਇਹ ਮੋਹਨ ਆ, ਤੇ ਮੋਹਨ ਨਾਮ ਦੇ ਇਸ ਲੜਕੇ ਨੂੰ, ਉਹਦੇ ਪੁੱਤਰ ਨੂੰ ਰਾਤ ਨੂੰ ਕਹਿੰਦੇ ਸੱਪ ਨਿਕਲੇ ਉਹਨਾਂ ਦੇ ਘਰ ਦੇ ਵਿੱਚੋਂ, ਤੇ ਸੱਪ ਨੇ ਡੰਗ ਮਾਰਿਆ। ਉਸ ਵੇਲੇ ਜਦੋਂ ਪਤਾ ਲੱਗਿਆ ਸੱਪ ਨੇ ਡੰਗ ਮਾਰਿਆ, ਤੇ ਘਰ ਦੇ ਪਰਿਵਾਰ ਉਹਦਾ ਇਲਾਜ ਕਰਾਉਂਦੇ ਰਹੇ, ਪਰ ਸਵੇਰੇ ਦਿਨ ਚੜ੍ਹਦੇ ਤੱਕ ਉਹ ਚੜ੍ਹਾਈ ਕਰ ਗਿਆ ਸੀ। ਹੁਣ ਇਧਰੋਂ ਦਿਨ ਚੜਿਆ, ਬਾਬਾ ਮੋਹਨ ਜੀ ਤੇ ਇਹਨਾਂ ਦੇ ਸਾਥੀਆਂ ਨੇ ਖੇਡ ਦਾ ਸਮਾਂ ਜਾਣਦੇ ਹੋਏ ਆਪੋ ਆਪਣੀ ਕਿਰਿਆ ਸੁਧਣਾ ਕੀਤੀ ਤੇ ਤਿਆਰੀ ਕਰਨਾ ਕੀਤੀ ਹੈ ਖੇਡ ਨੂੰ ਖੇਡਣ ਵਾਸਤੇ। ਦੂਜੇ ਦਿਨ ਦੀ ਪ੍ਰਾਪਤੀ ਕੀਤੀ ਹੈ। ਉਹ ਸਾਰੇ ਜਣੇ ਤਿਆਰ ਹੋ ਕੇ ਇਧਰ ਬਾਬਾ ਟਲ ਰਾਏ ਜੀ ਵੀ ਤਿਆਰੀ ਕਰਕੇ ਆਏ। ਉਹਨਾਂ ਦੇ ਸੁੰਦਰ ਸਰੀਰ ਦੇ ਉੱਤੇ ਸੁੰਦਰ ਗਹਿਣੇ ਸੋਨੇ ਦੇ ਪ੍ਰਾਪਤ ਕੀਤੇ ਹੋਏ ਨੇ। ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਦੇ ਪੁੱਤਰ ਬਾਬਾ ਟਲ ਰਾਏ ਨੇ ਸੋਨੇ ਦੇ ਗਹਿਣੇ ਪ੍ਰਾਪਤ ਕੀਤੇ। ਬਹੁਤ ਸੁੰਦਰ ਮੁਖੜਾ, ਕੋਮਲ ਮੁਖੜਾ ਏ। ਨਾਲ ਸਤਿਗੁਰ ਦੇ ਸੇਵਕ ਜਾਂਦੇ ਨੇ ਬਾਬਾ ਟਲ ਰਾਏ ਜੀ ਦੇ ਖੇਡਣ ਵਾਸਤੇ। ਤੇ ਜਦੋਂ ਬਾਜ਼ਾਰਾਂ ਗਲੀਆਂ ਦੇ ਵਿੱਚ ਦੀ ਲੰਘਦੇ ਨੇ, ਗਹਿਣਿਆਂ ਦੀ ਛਣਕਾਰ ਪੈਂਦੀ ਹੈ। ਕੋਮਲ ਮੁਖੜਾ ਬਾਬਾ ਟਲ ਰਾਏ ਜੀ ਦਾ ਸੁੰਦਰ ਬਹੁਤ ਨੇ। ਤੇ ਜਦੋਂ ਇਹਨਾਂ ਨੇ ਤਿਆਰੀ ਕੀਤੀ, ਪੂਰਨ ਤੌਰ ਤੇ ਤਿਆਰੀ ਕਰ ਰਹੇ ਨੇ ਖੇਡਣ ਵਾਸਤੇ, ਮਨ ਵਿੱਚ ਚਾਹੋ ਹੈ ਕਿ ਕੱਲ ਦੀ ਖੇਡ ਉੱਥੋਂ ਹੀ ਸ਼ੁਰੂ ਕਰਨੀ ਹੈ। ਤੇ ਜਿਹੜੀ ਖੇਡ ਦੀ ਵਾਰੀ ਹੈ ਉਹ ਮੋਹਨ ਦੇ ਨਾਮ ਹੈ, ਜਿਹੜਾ ਗੁਰਮੁਖ ਖੱਤਰੀ ਹੈ ਉਹਦੇ ਪੁੱਤਰ ਦੇ ਨਾਮ ਤੇ। ਤੇ ਉਹ ਗੁਰਮੁਖ ਖੱਤਰੀ ਦਾ ਪੁੱਤਰ ਇਕਲੌਤਾ ਪੁੱਤਰ ਹੈ। ਪਰ ਬਾਬਾ ਮੋਹਨ ਜੀ ਨੂੰ ਇਹ ਨਹੀਂ ਪਤਾ, ਵਾਹਿਗੁਰੂ ਬਾਬਾ ਟਲ ਰਾਏ ਜੀ ਨੂੰ ਇਹ ਨਹੀਂ ਪਤਾ ਕਿ ਖੱਤਰੀ ਗੁਰਮੁਖ ਦੇ ਪੁੱਤਰ ਨੂੰ ਰਾਤ ਨੂੰ ਸੱਪ ਨਿਕਲ ਕੇ ਡੰਗ ਮਾਰ ਕੇ ਮਾਰ ਦਿੱਤਾ। ਉਹਨੂੰ ਜ਼ਹਿਰ ਦੇ ਕਾਰਨ ਕਰਕੇ ਉਹਦੀ ਮੌਤ ਹੋ ਗਈ, ਉਹ ਮ੍ਰਿਤੂ ਹੋ ਗਿਆ। ਇਹ ਨਹੀਂ ਪਤਾ। ਉਸ ਵੇਲੇ ਇਹਨਾਂ ਦੇ ਸਾਥੀ ਗਏ ਨੇ ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਦੇ ਪੁੱਤਰ ਬਾਬਾ ਟਲ ਰਾਏ ਵੀ ਖੇਡ ਦੇ ਮੈਦਾਨ ਵਿੱਚ ਗਏ ਆ। ਬਾਬਾ ਟਲ ਰਾਏ ਜੀ ਦੇਖਦੇ ਇੱਧਰ ਉੱਧਰ ਘੁੰਮ ਕੇ ਫਿਰ ਕੇ, ਤੇ ਖੇਡ ਅਜੇ ਸ਼ੁਰੂ ਨਹੀਂ ਕੀਤੀ। ਬਾਬਾ ਜੀ ਨੇ ਦੇਖਿਆ ਬਾਕੀ ਸਾਰੇ ਮਿੱਤਰ ਆਏ ਨੇ, ਦੋਸਤ ਆਏ ਨੇ, ਪਰ ਉਹ ਨਹੀਂ ਆਇਆ ਜਿਹਦੇ ਜ਼ਿੰਮੇਦਾਰੀ ਹੈ, ਜਿਹਦੇ ਜ਼ਿੰਮੇਵਾਰੀ ਹੈ ਮੋਹਨ।
ਉਹ ਗੁਰਮੁਖ ਖੱਤਰੀ ਦੇ ਪੁੱਤਰ ਦੇ ਜੰਮੇ ਦਾਈ ਹੈ, ਉਹ ਨਹੀਂ ਆਇਆ। ਉਸ ਵੇਲੇ ਆਪਣੇ ਮਿੱਤਰਾਂ ਨੂੰ, ਦੋਸਤਾਂ ਨੂੰ ਕਹਿਣ ਲੱਗੇ, ਬਾਬਾ ਟਲ ਰਾਏ ਜੀ ਕਹਿਣ ਲੱਗੇ, ਦੇਖੋ ਬਈ ਮੋਹਨ ਅੱਜ ਆਇਆ ਨਹੀਂ। ਉਹਦੇ ਸਿਰ ਤੇ ਕਹਿੰਦੇ ਦਾਈ ਹੈ, ਵਾਰੀ ਹੈ, ਉਹਨੇ ਵਾਰੀ ਦੇਣੀ ਹੈ। ਉਹ ਵਾਰੀ ਦੇਣ ਦਾ ਮਾਰਾ ਹੀ ਨਹੀਂ ਆਇਆ, ਅੱਜ ਡਰਦਾ ਮਾਰਾ। ਜਾਓ, ਜਾ ਕੇ ਉਹਨੂੰ ਘਰੋਂ ਬੁਲਾ ਕੇ ਲੈ ਕੇ ਆਓ ਤੇ ਦਾਈ ਦੇਵੇ, ਵਾਰੀ ਦੇਵੇ। ਬਾਬਾ ਟਲ ਰਾਏ ਜੀ ਨੇ ਤਾਂ ਸੇਵਕ ਨੂੰ ਭੇਜਿਆ, ਇੱਕ ਆਪਣੇ ਮਿੱਤਰ ਨੂੰ, ਦੋਸਤ ਨੂੰ ਭੇਜਿਆ ਘਰ ਵਿੱਚ, ਜਾਓ ਜਾ ਕੇ ਲੈ ਕੇ ਆਓ ਉਹਨੂੰ। ਤੇ ਬਾਬਾ ਮੋਹਨ ਜੀ ਦੇ ਬਚਨਾਂ ਦੇ ਅਨੁਸਾਰ ਕਹਿੰਦੇ ਇੱਕ ਮਿੱਤਰ ਗਿਆ, ਜਾ ਕੇ ਘਰ ਦੇ ਵਿੱਚ ਮੋਹਨ ਨੂੰ ਬੁਲਾਉਣ ਵਾਸਤੇ ਗਿਆ, ਤੇ ਕੀ ਦੇਖਦਾ ਕਿ ਉਹਨਾਂ ਦੇ ਘਰ ਦੇ ਵਿੱਚ ਰੋਣ ਕਰਲਾਉਣ ਦੀ, ਵਿਰਲਾਪ ਦੀ ਆਵਾਜ਼ ਆ ਰਹੀ ਹੈ। ਉਹਨਾਂ ਦੇ ਰਿਸ਼ਤੇਦਾਰ ਸਾਕ ਸੰਬੰਧੀ ਮੋਹਨ ਨੂੰ ਉੱਚੀ ਆਵਾਜ਼ ਦੇ ਨਾਲ ਪੁਕਾਰ ਕੇ ਪੱਟਾਂ ਤੇ ਹੱਥ ਮਾਰ ਮਾਰ ਕੇ ਰੋਂਦੇ ਵਿਰਲਾਪ ਕਰਦੇ, ਪਿੱਟ ਸਿਆਪਾ ਪੇ ਕਰਦੇ ਨੇ, ਕਿਉਂਕਿ ਮੋਹਨ ਚੜ੍ਹਾਈ ਕਰ ਗਿਆ, ਮ੍ਰਿਤੂ ਹੋ ਗਿਆ। ਰਾਤ ਨੂੰ ਸਭ ਨੇ ਡੰਗ ਮਾਰ ਦਿੱਤਾ। ਜਿਹਦੀ ਜ਼ਹਿਰ ਦਾ ਕਹਿਰ ਬਰਦਾਸ਼ਤ ਨਾ ਕਰਦਿਆਂ ਹੋਇਆ ਮੋਹਨ ਅੰਤਮ ਵੇਲੇ ਕਹਿੰਦੇ ਸਵਾਸ ਤਿਆਗ ਗਿਆ। ਉਸ ਵੇਲੇ ਉਸ ਮਨੁੱਖ ਨੇ, ਉਹ ਜਿਹੜੇ ਭੇਜੇ ਹੋਏ ਮਿੱਤਰ ਨੇ ਦੇਖਿਆ ਕਿ ਮੋਹਨ ਚੜ੍ਹਾਈ ਕਰ ਗਿਆ। ਜਾ ਕੇ ਬਾਬਾ ਟਲ ਰਾਏ ਜੀ ਨੂੰ ਦੱਸਿਆ। ਜਾ ਕੇ ਕਹਿਣ ਲੱਗੇ, ਜੀ ਦੇਖੋ ਮੋਹਨ ਹੈ ਨਾ ਜਿਹੜਾ, ਉਹ ਤਾਂ ਨਹੀਂ ਆਇਆ, ਰਾਤ ਨੂੰ ਸੱਪ ਦੇ ਡਸਣ ਕਾਰਨ ਕਰਕੇ ਮਰ ਗਿਆ। ਤੇ ਉਸ ਵੇਲੇ ਜਦੋਂ ਇਹ ਖਬਰ ਸੁਣੀ ਬਾਬਾ ਟਲ ਰਾਏ ਜੀ ਨੇ ਮਨ ਦੇ ਵਿੱਚ ਜੱਕਦਮ ਕਹਿੰਦੇ ਮੌਤ ਦੀ ਖਬਰ ਨੇ ਹਿਰਦੇ ਨੂੰ ਸੁੰਨ ਕਰ ਦਿੱਤਾ, ਦਿਮਾਗ ਨੂੰ ਸੁੰਨ ਕਰ ਦਿੱਤਾ ਬਾਬਾ ਟਲ ਰਾਏ ਜੀ ਦੇ। ਤੇ ਉਸ ਵੇਲੇ ਦੌੜੇ ਗਏ, ਕਾਲੀ ਕਾਲੀ ਦੇ ਵਿੱਚ ਚੱਲੇ ਗਏ। ਚੱਲ ਕੇ ਕਹਿੰਦੇ ਜਦੋਂ ਮੋਹਨ ਦੇ ਘਰ ਪਹੁੰਚੇ ਨੇ, ਲੋਕਾਂ ਨੇ ਦੇਖਿਆ ਕਿ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਕਿਰਪਾਲੂ ਦਿਆਲੂ ਸਤਿਗੁਰੂ ਜੀ ਦੇ ਪੁੱਤਰ ਬਾਬਾ ਮੋਹਨ ਜੀ ਆਏ ਨੇ, ਬਾਬਾ ਟਲ ਰਾਏ ਜੀ ਆਏ ਨੇ। ਤੇ ਸਾਰਿਆਂ ਨੇ ਜਦੋਂ ਦੇਖਿਆ ਹੱਥ ਬੰਨ ਕੇ ਨਿਮਰਤਾ ਸਹਿਤ ਬੇਨਤੀ ਕਰ ਲੱਗੇ। ਉਹ ਕਹਿਣ ਲੱਗੇ, ਦੇਖੋ ਬਾਬਾ ਟਲ ਰਾਏ ਜੀ, ਤੁਸੀਂ ਸਤਿਗੁਰ ਦੇ ਪੁੱਤਰ ਹੋ, ਤੁਹਾਡੇ ਵਿੱਚ ਤੇ ਸਤਿਗੁਰ ਦੇ ਵਿੱਚ ਕੋਈ ਭੇਦ ਨਹੀਂ, ਕੋਈ ਅੰਤਰ ਨਹੀਂ ਹੈ। ਆਪ ਜੀ ਬਖਸ਼ਿਸ਼ ਰਹਿਮਤ ਦੇ ਮਾਲਕੋਂ, ਗੁਰੂ ਨਾਨਕ ਦੇ ਦਰ ਕਰਦੇ ਵਾਰਸੋਂ, ਤੁਹਾਡੇ ਤੇ ਕਿਰਪਾ ਸਤਿਗੁਰ ਜੀ ਦੀ। ਤੁਸੀਂ ਕਿਰਪਾ ਕਰੋ, ਜੀਵਾਨ ਨੂੰ ਸੰਸਾਰ ਦੇ ਵਿੱਚ ਲੈ ਕੇ ਜਾਣ ਨੂੰ ਕਹਿੰਦੇ ਕਰਨ ਕਾਰਨ ਸਮਰੱਥ ਕੋ, ਆਪ ਜੀ ਕਿਰਪਾ ਕਰ ਦਿਓ। ਕਹਿੰਦੇ ਸਾਡਾ ਇਕਲੌਤਾ ਪੁੱਤਰ ਹੈ, ਇਹ ਤੋਂ ਬਿਨਾਂ ਸਾਡਾ ਕੋਈ ਸਹਾਰਾ ਨਹੀਂ ਹੈ। ਜੇਕਰ ਤੁਸੀਂ ਕਿਰਪਾ ਕਰਦੇ ਹੋ, ਇਹਨੂੰ ਜੀਵਤ ਕਰਦੇ ਹੋ, ਇਹਨੂੰ ਪ੍ਰਾਣ ਬਖਸ਼ਦੇ ਹੋ, ਤੇ ਤੁਹਾਡਾ ਜਿਹੜਾ ਅਹਿਸਾਨ ਹੈ ਉਹ ਬਹੁਤ ਵੱਡਾ ਹੋਵੇਗਾ ਸਾਡੇ ਉੱਤੇ। ਜਦੋਂ ਏਦਾਂ ਬਿਰਲਾਪ ਕਰਦੇ ਨੇ, ਬੇਨਤੀਆਂ ਕਰਦੇ ਨੇ, ਤੇ ਅਚਨਚੇਤ ਬਾਬਾ ਟਲ ਰਾਏ ਜੀ ਨੇ ਆਪਣੇ ਮਿੱਤਰ ਮੋਹਨ ਨੂੰ ਵਿਚਾਰ ਕੀਤੀ। ਬਾਬਾ ਟਲ ਰਾਏ ਜੀ ਦੇ ਕੋਲ ਇੱਕ ਖੂੰਡੀ ਸੀ ਜਿਹੜੀ ਖੇਡ ਖੇਡਣ ਵਾਲੀ ਸੀ। ਉਸ ਖੂੰਡੀ ਨੂੰ ਮੋਹਨ ਦੇ ਸਿਰ ਦੇ ਨਾਲ ਛੁਹਾਣਾ ਕੀਤਾ ਏ, ਸਿਰ ਦੇ ਨਾਲ ਉਹ ਖੂੰਡੀ ਨੂੰ ਲਾਇਆ ਤੇ ਵਚਨ ਕੀਤੇ, ਕਹਿੰਦੇ ਮੋਹਨ ਉੱਠ ਬਈ, ਸਾਡੀ ਜਿਹੜੀ ਵਾਰੀ ਉਹ ਵਾਰੀ ਦੇ, ਤੇਰੇ ਜ਼ਿੰਮੇਵਾਰੀ ਹੈ ਸਾਡੀ ਖੇਡ ਦੀ, ਉੱਠ ਕੇ ਵਾਰੀ ਦੇ, ਸਾਡੀ ਦਾਈ ਦੇ। ਤੇ ਜਦੋਂ ਇਹ ਵਚਨ ਕਹੇ, ਕਹਿੰਦੇ ਇੱਕ ਦਫਾ, ਦੋ ਦਫਾ, ਤਿੰਨ ਦਫਾ ਵਚਨ ਕਹੇ, ਤੇ ਅਚਨਚੇਤ ਪ੍ਰਮਾਤਮਾ ਵੱਲੋਂ ਕਹਿੰਦੇ ਮੋਹਨ ਉੱਠ ਕੇ ਹੱਸਦਾ ਹੋਇਆ, ਮੁਸਕਰਾਉਂਦਾ ਹੋਇਆ ਬੈਠ ਗਿਆ, ਉੱਠ ਕੇ ਜੀਵਤ ਹੋ ਗਿਆ। ਉਸ ਵੇਲੇ ਜਿੱਥੇ ਰੋਣ ਕਰਲਾਉਣ ਦੀ ਆਵਾਜ਼ ਆਉਂਦੀ ਸੀ, ਉੱਥੇ
ਹੱਸਣ ਖੇਡਣ ਦੀ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਲੋਕ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਦੇ ਦਰਕਾਰ ਦੀ ਉਪਮਾ ਕਰਨ ਲੱਗੇ, ਵਡਿਆਈ ਕਰਨ ਲੱਗੇ। ਕਹਿੰਦੇ ਸਤਿਗੁਰੂ ਦੀ ਕਿਰਪਾ ਰਹਿਮਤ ਵਰਤੀ ਆ ਗੁਰੂ ਨਾਨਕ ਦੇ ਦਰਕਾਰ ਦੇ ਵਾਰਸ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ, ਉਹਨਾਂ ਦੇ ਪੁੱਤਰ ਬਾਬਾ ਟਲ ਰਾਏ ਜੀ, ਉਹਨਾਂ ਨੇ ਬਖਸ਼ਿਸ਼ ਰਹਿਮਤ ਕਰ ਦਿੱਤੀ ਹੈ, ਜੀਵਨ ਪ੍ਰਦਾਨ ਕਰ ਦਿੱਤਾ ਮੋਹਨ ਨੂੰ। ਬੜੇ ਖੁਸ਼ ਨੇ, ਬੜੀ ਖੁਸ਼ੀ ਪ੍ਰਾਪਤ ਹੋਈ। ਤੇ ਕਹਿੰਦੇ ਆਖਰਕਾਰ ਉਹ ਮੋਹਨ ਆਪਣੇ ਮਿੱਤਰਾਂ ਦੇ ਨਾਲ ਬਾਬਾ ਟਲ ਰਾਏ ਜੀ ਦੇ ਨਾਲ ਖੇਡਣ ਗਿਆ। ਤੇ ਹੁਣ ਗੱਲ ਚੱਲਦੀ ਚੱਲਦੀ ਸਾਰੇ ਅੰਮ੍ਰਿਤਸਰ ਦੀ ਧਰਤੀ ਤੇ ਫੈਲ ਗਈ। ਹਰੇਕ ਮਾਤਾਵਾਂ ਆਪੋ ਆਪਣੇ ਪੁੱਤਰਾਂ ਦੀਆਂ ਖੈਰਾਂ ਮੰਗਣ ਲੱਗੀਆਂ ਕਿ ਸਾਡੇ ਪੁੱਤਰਾਂ ਦੇ ਉੱਤੇ ਸਤਿਗੁਰੂ ਦੀ ਇਸੇ ਤਰ੍ਹਾਂ ਬਖਸ਼ਿਸ਼ਾਂ ਰਹਿਮਤਾਂ ਕਰਨ, ਆ ਜੀਵਨ ਪ੍ਰਦਾਨ ਕਰਨ, ਸਤਿਗੁਰੂ ਜੀ ਰਹਿਮਤਾਂ ਵਰਤਾਉਣ। ਏਦਾਂ ਗੁਰੂ ਪਿਆਰੇ ਵਿਚਾਰਾਂ ਕਰਨ ਲੱਗੇ ਨੇ ਤੇ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਵਰਤੀ ਹੈ। ਉਸ ਵੇਲੇ ਬਾਬਾ ਟਲ ਰਾਏ ਜੀ ਦਾ ਜਿਹੜਾ ਕੌਤਕ ਰਚਿਆ ਗਿਆ, ਅੰਮ੍ਰਿਤਸਰ ਦੀ ਧਰਤੀ ਦੇ ਥਾਂ ਥਾਂ ਤੇ ਪ੍ਰਸਿੱਧ ਹੋਇਆ। ਲੋਕ ਉਸਤਤਪੈ ਕਰਦੇ ਨੇ, ਵਡਿਆਈ ਕਰਦੇ, ਸੋਭਾ ਪੈ ਕਰਦੇ ਨੇ। ਤੇ ਗੱਲ ਚੱਲਦੀ ਚੱਲਦੀ ਕਹਿੰਦੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਦੇ ਸਨਮੁਖ ਪਹੁੰਚੀ ਹੈ। ਸਤਿਗੁਰੂ ਜੀ ਦਰਬਾਰ ਸਜਾ ਕਰਕੇ ਬੈਠੇ ਸਨ ਉੱਚੇ ਆਸਣ ਤੇ ਇੱਕ ਸਿੱਖ ਗਿਆ, ਜਾ ਕੇ ਭਜਿਆ ਗਿਆ, ਹੱਸਦਾ ਮੁਸਕਰਾਉਂਦਾ ਹੋਇਆ ਸਤਿਗੁਰੂ ਦੀ ਵਡਿਆਈ ਕਰਦਾ ਕਰਦਾ ਕਹਿੰਦੇ ਸਤਿਗੁਰੂ ਜੀ ਨੂੰ ਖਬਰ ਪਹੁੰਚਾਈ। ਕਹਿਣ ਲੱਗੇ ਸਤਿਗੁਰੂ ਜੀ ਆਪ ਜੀ ਧਨਤਾ ਜੋਗ ਹੋ, ਤੁਹਾਡੇ ਪੁੱਤਰ ਵੀ ਧਨਤਾ ਜੋਗ ਹੈ, ਬਹੁਤ ਵੱਡੀ ਬਖਸ਼ਿਸ਼ ਰਹਿਮਤ ਹੈ। ਉਸ ਵੇਲੇ ਸਤਿਗੁਰੂ ਜੀ ਨੇ ਪੁੱਛਿਆ, ਹੱਸਦੇ ਮੁਸਕਰਾਉਂਦੇ ਨੇ, ਕਹਿੰਦੇ ਕੀ ਹੋਇਆ ਭਾਈ, ਦੱਸੋ ਜਰਾ, ਵਿਸਥਾਰ ਦੇ ਨਾਲ ਦੱਸੋ ਜਰਾ, ਐ ਕੱਲੀ ਕੱਲੀ ਗੱਲ ਖੋਲ ਕੇ ਦੱਸੋ, ਕਾਰਨ ਕੀ, ਗੱਲ ਕੀ ਹੋਈ ਹੈ। ਸਤਿਗੁਰੂ ਜੀ ਨੂੰ ਵੈਸੇ ਸਾਰੀ ਗੱਲ ਦਾ, ਆਉਣ ਜਾਣ ਵਾਲੀ ਗੱਲ ਦਾ, ਅੱਗੇ ਹੋਣਾ ਕੀ ਹੈ, ਹੋ ਚੁੱਕਿਆ ਕੀ ਹੈ, ਹੁੰਦਾ ਕੀ ਹੈ, ਸਾਰੀ ਵਿਚਾਰ ਦਾ ਪਤਾ ਹੈ। ਵੈਸੇ ਸਤਿਗੁਰੂ ਜੀ ਸੰਸਾਰ ਦੇ ਵਿੱਚ ਕਈ ਦਫਾ ਸੰਸਾਰ ਦੇ ਅੰਦਰ ਉਹ ਗੱਲ ਪ੍ਰਗਟ ਕਰਨ ਵਾਸਤੇ ਆਪ ਸਤਿਗੁਰੂ ਜੀ ਅਣਜਾਣ ਬਣ ਜਾਂਦੇ ਨੇ। ਸਤਿਗੁਰੂ ਜੀ ਨੇ ਪੁੱਛਿਆ ਉਹ ਸੇਵਕ ਤੋਂ, ਕਹਿੰਦੇ ਗੱਲ ਕੀ ਹੈ, ਖੋਲ ਕੇ ਦੱਸ, ਏਦਾਂ ਦੇ ਬਚਨ ਕਿਉਂ ਕਹਿ ਦਿਆ। ਉਹ ਕਹਿੰਦਾ ਸਤਿਗੁਰੂ ਜੀ ਧੰਨਤਾ ਜੋਗ ਤੁਸੀਂ ਹੋ, ਧੰਨਤਾ ਜੋਗ ਗੁਰੂ ਨਾਨਕ ਦਾ ਦਰ ਘਰ ਹੈ, ਧੰਨਤਾ ਜੋਗ ਤੁਹਾਡੇ ਪੁੱਤਰ ਨੇ ਬਾਬਾ ਟਲ ਰਾਏ ਜੀ, ਜਿਨ੍ਹਾਂ ਨੇ ਬਹੁਤ ਵੱਡੀ ਬਖਸ਼ਿਸ਼ ਰਹਿਮਤ ਕੀਤੀ ਆ। ਕਹਿੰਦੇ ਗੁਰਮੁਖ ਨਾਮ ਦਾ ਖੱਤਰੀ ਹੈ, ਉਹਦਾ ਪੁੱਤਰ ਮੋਹਨ ਜੋ ਕਿ ਬਾਬਾ ਟਲ ਰਾਏ ਜੀ ਦੇ ਨਾਲ ਖੇਡਿਆ ਕਰਦਾ ਸੀ, ਅਚਨਚੇਤ ਕਹਿੰਦੇ ਰਾਤ ਨੂੰ ਸੁੱਤੇ ਪਏ ਨੂੰ ਉਹਦੇ ਸੱਪ ਲੜ ਗਿਆ, ਮਰ ਗਿਆ। ਤੇ ਬਾਬਾ ਟਲ ਰਾਏ ਜੀ ਨੇ ਕਿਰਪਾ ਕੀਤੀ, ਉਹ ਖੇਡਦਿਆਂ ਦੀ ਦਾਈ ਕਹਿੰਦੇ ਮੋਹਨ ਦੇ ਸਿਰ ਸੀਗੀ, ਜੰਮੇ ਸੀਗੀ। ਦੂਜੇ ਦਿਨ ਖੇਡਣਾ ਸੀ, ਇਹਨਾਂ ਨੇ ਦੇਖਿਆ ਜਦੋਂ ਖੇਡ ਦੇ ਵਿੱਚ ਮੋਹਨ ਨਹੀਂ ਆਇਆ ਤੇ ਘਰੇ ਗਏ, ਉਹਨਾਂ ਦੇ ਪਤਾ ਲੱਗਿਆ ਤੇ ਮਰ ਗਿਆ। ਬਾਅਦ ਵਿੱਚ ਉਹਨੂੰ ਜੀਵਤ ਕੀਤਾ, ਖੇਡਦੇ ਮਾਰਿਆਂ ਨੇ ਖੇਡਣ ਵਾਸਤੇ ਲੀਲਾ ਉਚਾਰਨ ਕੀਤੀ। ਉਹ ਮੋਹਨ ਨੂੰ ਕਹਿੰਦੇ ਮਰੇ ਹੋਏ ਨੂੰ ਜੀਵਤ ਕੀਤਾ ਬਾਬਾ ਟਲ ਰਾਏ ਜੀ ਨੇ। ਤੇ ਜਦੋਂ ਇਹ ਗੱਲ ਸੁਣੀ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ, ਤੇ ਸਤਿਗੁਰੂ ਜੀ ਯਕਦਮ ਚੁੱਪ ਹੋ ਗਏ, ਕੁਝ ਬੋਲੇ ਨਾ। ਉਹ ਮਨ ਹੀ ਮਨ ਦੇ ਵਿੱਚ ਸੋਚ ਵਿਚਾਰ ਕਰਨ ਲੱਗੇ ਨੇ। ਸਤਿਗੁਰੂ ਜੀ ਕਹਿਣ ਲੱਗੇ ਬਾਬਾ ਟਲ ਰਾਏ ਜੀ ਨੇ ਚੰਗਾ ਨਹੀਂ ਕੀਤਾ, ਕਿਉਂਕਿ ਤੇ ਪ੍ਰਮਾਤਮਾ ਦੇ ਕੀਤੇ ਕਿਰਾਏ ਦੇ ਵਿੱਚ ਦਖਲਅੰਦਾਜ਼ੀ ਦਿੱਤੀ ਉਹਨਾਂ ਨੇ, ਪ੍ਰਮਾਤਮਾ ਦੇ ਸ਼ਰੀਕ ਬਣਨਾ ਕੀਤੇ ਆ ਬਾਬਾ ਟਲ ਰਾਏ ਜੀ। ਹੁਣੇ ਵਿਚਾਰ ਇਹ ਕਹਿੰਦੇ ਸੰਸਾਰ ਦੇ ਵਿੱਚ ਕੋਈ ਮਨੁੱਖ ਕੰਮ ਕਰੇ, ਉਹਦੇ ਵਿੱਚ ਕਿਸੇ ਪ੍ਰਕਾਰ ਕੋਈ ਕਹਿੰਦੇ ਊਣਤਾਈ ਕੱਢ ਦਈਏ, ਜਾਂ ਉਹਦੇ ਵਿੱਚ ਕੋਈ
ਨੁਕਸ ਕੱਢ ਦਈਏ ਕਿ ਇਹ ਗੱਲ ਇਦਾਂ ਨਹੀਂ, ਇਦਾਂ ਹੋਣਾ ਚਾਹੀਦਾ। ਤੇ ਜੇ ਇਸ ਮਨੁੱਖ ਨੇ ਮਿਹਨਤ ਕਰਕੇ ਉਹ ਕਾਰਜ ਕੀਤਾ ਹੁੰਦਾ, ਉਹਦੇ ਵਿੱਚ ਕੋਈ ਆ ਕੇ ਕਿੰਤੂ ਪ੍ਰੰਤੂ ਪਿਆ ਕਰੇ ਤੇ ਉਹਦੇ ਹਿਰਦੇ ਵਿੱਚ ਬੜੀ ਠੇਸ ਪਹੁੰਚਦੀ ਹੈ ਕਿ ਮੈਂ ਬੜੀ ਮਿਹਨਤ ਕੀਤੀ ਹੈ, ਮਨੁੱਖ ਨੇ ਦੇ ਵਿੱਚ ਆ ਨੁਕਸ ਕੱਢ ਦਿੱਤਾ। ਇਸੇ ਤਰ੍ਹਾਂ ਪ੍ਰਮਾਤਮਾ ਜਦੋਂ ਕੋਈ ਕਾਰਜ ਕਰਦੇ ਨੇ ਤੇ ਕੋਈ ਮਨੁੱਖ ਉਹਦੇ ਕਾਰਜ ਦੇ ਉੱਤੇ ਜਾਂ ਉਹਦੀ ਮਰਿਆਦਾ ਦੇ ਉੱਤੇ ਕਿੰਤੂ ਪ੍ਰੰਤੂ ਪਏ ਕਰਦੇ ਨੇ ਤੇ ਕਹਿੰਦੇ ਪ੍ਰਮਾਤਮਾ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ, ਉਹ ਸ਼ਰੀਕੇ ਬਾਜੀ ਵਾਲੀ ਗੱਲ ਬਣ ਜਾਂਦੀ ਹੈ। ਉਸ ਵੇਲੇ ਸਤਿਗੁਰੂ ਜੀ ਨੇ ਵਿਚਾਰ ਕੀਤੀ, ਕਹਿੰਦੇ ਮੋਹਨ ਬਈ ਇਹ ਗੱਲ ਬਹੁਤ, ਮੋਹਨ ਨੂੰ ਜੀਵਤ ਕਰਕੇ ਗੱਲ ਬਹੁਤ ਮਾੜੀ ਕੀਤੀ ਹੈ। ਬਾਬਾ ਟਲ ਰਾਏ ਜੀ ਨੂੰ ਇਹ ਕਰਨਾ ਨਹੀਂ ਸੀ ਚਾਹੀਦਾ। ਸਤਿਗੁਰੂ ਜੀ ਨੇ ਵਿਚਾਰ ਕੀਤੀ, ਮਾਨੀ ਮਨ ਕਹਿੰਦੇ ਸਾਡਾ ਸ਼ਾਹਜਹਾਨ ਦੇ ਨਾਲ, ਕਹਿੰਦੇ ਬਾਦਸ਼ਾਹ ਸ਼ਾਹਜਹਾਨ ਦੇ ਨਾਲ ਬਹੁਤ ਵੱਡਾ ਵੈਰ ਚੱਲ ਰਿਹਾ, ਵਿਰੋਧ ਚੱਲ ਰਿਹਾ। ਉਹਨਾਂ ਦੀ ਸਰਕਾਰ ਹੈ, ਉਹਨਾਂ ਦੀ ਹਕੂਮਤ ਹੈ। ਕੱਲ ਨੂੰ ਉਹਨਾਂ ਦੇ ਪੁੱਤਰ ਮਰ ਗਏ ਤੇ ਉਹਨਾਂ ਨੇ ਤੇ ਸਾਨੂੰ ਧੱਕੇ ਨਾਲ, ਅਜਮਾਇਸ਼ ਦੇ ਨਾਲ, ਸਾਨੂੰ ਧੱਕੇ ਨਾਲ ਕਹਿਣਗੇ ਸਾਡੇ ਪੁੱਤਰਾਂ ਨੂੰ ਜੀਵਤ ਕਰ ਦਿਓ, ਸਾਡੇ ਧੀਆਂ ਨੂੰ ਜਿਉਂਦੇ ਕਰ ਦਿਓ। ਕਹਿੰਦੇ ਕਿਹਦੇ ਕਿਹਦੇ ਧੀ ਪੁੱਤ ਜਿਉਂਦੇ ਕਰਾਂਗੇ, ਕਿਵੇਂ ਕਿਵੇਂ ਪ੍ਰਮਾਤਮਾ ਦੇ ਸ਼ਰੀਕੇ ਬਾਜੀ ਕਰਾਂਗੇ। ਇਹ ਤੇ ਬਹੁਤ ਵੱਡਾ ਮਾੜਾ ਕੰਮ ਹੋ ਗਿਆ। ਸਤਿਗੁਰੂ ਜੀ ਨੇ ਵਿਚਾਰ ਕੀਤੀ, ਕਹਿੰਦੇ ਕਰਾਮਾਤ ਦਿਖਾਉਣੀ ਗੁਰੂ ਨਾਨਕ ਦੇ ਦਰ ਕਰ ਦੇ ਵਿੱਚ ਕਹਿਰ ਹੈ। ਕਹਿਰ ਦਾ ਨਾਮ ਹੈ ਦੂਜਾ ਕਰਾਮਾਤ। ਕਰਾਮਾਤ ਨਹੀਂ ਜੀ ਦਿਖਾਉਣੀ ਚਾਹੀਦੀ, ਇਹ ਗੱਲ ਵੱਖਰੀ। ਸਹਿਜ ਸੁਭਾਏ ਪ੍ਰਮਾਤਮਾ ਵੱਲੋਂ ਜੋ ਕਾਰਜ ਹੋ ਜੇ, ਭਾਵੇਂ ਚੰਗਾ ਭਾਵੇਂ ਮਨੁੱਖ ਦੀ ਮੱਤ ਵਿੱਚ ਮੰਦਾ ਹੋ ਜੋ ਹੋ ਜੇ, ਉਹ ਪ੍ਰਮਾਤਮਾ ਵੱਲੋਂ ਹੋ ਜੇ ਤੇ ਕਹਿੰਦੇ ਵੱਖਰੀ ਗੱਲ ਹੈ। ਪਰ ਜੇਕਰ ਕੋਈ ਕਵੇ ਮੈਂ ਆਹ ਕੰਮ ਏਦਾਂ ਕਰ ਦਿਆਂਗਾ ਜਾਂ ਇਹ ਕੰਮ ਏਦਾਂ ਨਹੀਂ ਹੋਣਾ ਚਾਹੀਦਾ, ਸਤਿਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਦੀ ਮਰਜ਼ੀ ਹੈ। ਪ੍ਰਮਾਤਮਾ ਕਦੇ ਕਿਸੇ ਤੋਂ ਪੁੱਛਦੇ ਨਹੀਂ ਜਾਂ ਕਿਸੇ ਤੋਂ ਕੋਈ ਸਲਾਹ ਮਸ਼ਵਰਾ ਨਹੀਂ ਲੈਂਦੇ। ਉਹਨੂੰ ਜਿੱਦਾਂ ਚੰਗਾ ਲੱਗਦਾ ਉਦਾਂ ਹੋਵੇਗਾ ਤੇ ਹੋ ਕੇ ਰਹਿੰਦਾ ਹੀ, ਉਹ ਕਰੇਗਾ ਉਦਾਂ ਹੀ ਜਿਵੇਂ ਇਹਨੂੰ ਚੰਗਾ ਲੱਗਦਾ। ਤੇ ਸਤਿਗੁਰੂ ਜੀ ਨੇ ਇਦਾਂ ਬੇਅੰਤ ਵਿਚਾਰਾਂ, ਕਹਿੰਦੇ ਮਨ ਹੀ ਮਨ ਵਿਚਾਰ ਪ੍ਰਾਪਤ ਕੀਤੀ ਹੈ। ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਜਦੋਂ ਇਹ ਵਿਚਾਰ ਕੀਤੀ ਕਿ ਮੋਹਨ ਜੀ ਨੇ ਬਹੁਤ ਮਾੜਾ ਕੰਮ ਕੀਤਾ, ਤੇ ਉਸ ਵੇਲੇ ਬਾਬਾ ਟਲ ਰਾਏ ਜੀ ਸਾਰੀ ਦਿਹਾੜੀ ਖੇਡਦੇ ਰਹੇ, ਖੇਡਦੇ ਖੇਡਦੇ ਸ਼ਾਮ ਪਈ ਤੇ ਵਾਪਸ ਕਹਿੰਦੇ ਸਤਿਗੁਰੂ ਜੀ ਦੇ ਕੋਲ ਆਏ ਨੇ। ਆ ਕੇ ਨਮਸਕਾਰ ਕੀਤੀ ਹੈ। ਕੀ ਦੇਖਦੇ ਸਤਿਗੁਰੂ ਜੀ ਬਾਬਾ ਟਲ ਰਾਏ ਜੀ ਦੇ ਜਿਹੜੇ ਕੱਪੜੇ ਵਸਤਰ ਮਿੱਟੀ ਦੇ ਨਾਲ ਲਿਬੜੇ ਹੋਏ, ਧੂੜ ਦੇ ਨਾਲ, ਜਿਹੜੇ ਸੁੰਦਰ ਮੁਕੜੇ ਦੇ ਉੱਤੇ ਸਰੀਰ ਦੇ ਉੱਤੇ ਗਹਿਣੇ ਪਹਿਨੇ ਹੋਏ ਨੇ, ਉਹ ਵੀ ਮਿੱਟੀ ਦੇ ਨਾਲ ਲਿਬੜੇ ਹੋਏ ਨੇ। ਤੇ ਸਤਿਗੁਰੂ ਜੀ ਨੇ ਜਿੱਥੇ ਪਿਆਰ ਕਰਨਾ ਸੀ, ਜਿੱਥੇ ਅੱਗੇ ਪਿਆਰ ਕਰਦੇ ਸੀ ਆਉਂਦਿਆਂ ਨਾਲ ਬਾਬਾ ਟਲ ਰਾਏ ਜੀ ਦੇ ਨਾਲ, ਛੋਟੀ ਜੀ ਅਵਸਥਾ ਹੈ ਬਾਬਾ ਟਲ ਰਾਏ ਜੀ ਦੀ, ਕੋਮਲ ਮੁਖੜਾ ਹੈ, ਗਹਿਣਿਆਂ ਦੇ ਨਾਲ ਜਦੋਂ ਭਰੇ ਹੋਏ ਚੱਲਦੇ ਨੇ, ਛਣ ਛਣ ਕਰਦੇ ਨੇ ਤੇ ਮਨ ਦੇ ਵਿੱਚ ਵੱਖਰਾ ਹੀ ਪਿਆਰ, ਵੱਖਰਾ ਹੀ ਕਹਿੰਦੇ ਮੋਹ ਜਾਗ ਪੈਂਦਾ ਸੀ। ਤੇ ਉਸ ਵੇਲੇ ਸਤਿਗੁਰੂ ਜੀ ਨੇ ਜਦੋਂ ਦੇਖਿਆ ਬਾਬਾ ਟਲ ਰਾਏ ਜੀ ਆਏ ਨੇ, ਜਿੱਥੇ ਪਿਆਰ ਕਰਨਾ ਸੀ ਉੱਥੇ ਕਹਿੰਦੇ ਸਤਿਗੁਰੂ ਜੀ ਵੀਰ ਰਸ ਵਿੱਚ ਆਏ ਨੇ, ਗੁੱਸੇ ਵਿੱਚ ਆਏ ਨੇ। ਤੇ ਬਾਬਾ ਟਲ ਰਾਏ ਜੀ ਵੱਲ ਵੇਖਿਆ ਤੇ ਉਸ ਵੇਲੇ ਅਚਾਨਕ ਵਚਨ ਕਹੇ, ਕਹਿੰਦੇ ਟਲ ਰਾਏ ਜੀ ਜੋ ਤੁਸੀਂ ਅੱਜ ਗਲਤੀ ਕੀਤੀ ਉਹ ਬਹੁਤ ਮਾੜੀ ਕੀਤੀ, ਉਹਦਾ ਹਰਜਾਨਾ ਭੁਗਤਣਾ ਬਹੁਤ ਮਹਿੰਗਾ ਪੈਣਾ। ਤੁਸੀਂ ਇਹ ਕਾਰਜ ਕੀਤਾ ਪ੍ਰਮਾਤਮਾ ਦੇ ਕੀਤੇ ਕਿਰਾਏ ਦੇ ਵਿੱਚ ਕਿੰਤੂ ਪ੍ਰੰਤੂ ਕੀਤੀ, ਸ਼ਰੀਕੇਬਾਜ਼ੀ ਕੀਤੀ, ਇਹ ਨਹੀਂ ਸੀ ਕਰਨੀ ਚਾਹੀਦੀ। ਕੱਲ ਨੂੰ ਤੇ ਲੋਕਾਂ ਦੀਆਂ ਇੱਥੇ ਲਾਈਨਾਂ ਲੱਗ ਜਾਣੀਆਂ, ਮੇਰੇ ਧੀਆਂ ਪੁੱਤਰਾਂ ਨੂੰ ਜਿਉਂਦੇ ਕਰ ਦਿਓ, ਤੇ ਕਿਹਦੇ ਕਿਹਦੇ ਕਰਾਂਗੇ, ਕਿਵੇਂ ਕਿਵੇਂ ਕਰਕੇ ਪਰਮਾਤਮਾ ਦੇ ਨਾਲ ਸ਼ਰੀਕੇਬਾਜ਼ੀ ਕਰਾਂਗੇ। ਕਹਿੰਦੇ ਤੇ ਸੰਸਾਰ ਦੇ ਵਿੱਚ ਆਉਣਾ ਜਾਣਾ, ਜੰਮਣਾ ਮਰਨਾ ਬਣਿਆ ਹੋਇਆ, ਕੋਈ ਅੱਜ ਜਾਂਦਾ ਕੋਈ ਕੱਲ ਨੂੰ ਜਾਂਦਾ, ਕਹਿੰਦੇ ਆਪੋ ਆਪਣੀ ਵਾਰੀ ਅਨੁਸਾਰ ਚਲੇ ਜਾਂਦੇ ਨੇ।
ਇਹ ਅਸੀਂ ਏਦਾਂ ਕਿਵੇਂ ਕਰ ਸਕਦੇ ਹਾਂ ਕਿ ਪ੍ਰਮਾਤਮਾ ਦੇ ਕੀਤੇ ਕਰਾਏ ਤੇ ਕਿੰਤੂ ਪਰੰਤੂ ਕਰੀਏ? ਇਹ ਨਹੀਂ ਹੋ ਸਕਦਾ, ਕਿਉਂਕਿ ਗੁਰਬਾਣੀ ਦਾ ਵੀ ਪ੍ਰਮਾਣ ਹੈ। ਕਹਿੰਦੇ ਰਾਣਾ ਰਾਉ ਨਾ ਕੋਰੇ ਰੰਗ ਨਾ ਤੁੰਗ ਫਕੀਰ ਬਾਰੀ ਆਪੋ ਆਪਣੀ ਕੋਏ ਨਾ ਬੰਧੈ ਧੀਰ। ਸੰਸਾਰ ਦੇ ਵਿੱਚ ਨਾ ਕੋਈ ਰਾਣਾ ਭਾਵ ਕੋਈ ਬਹੁਤਾ ਮਨੁੱਖ ਅਮੀਰ ਵੀ ਸੰਸਾਰ ਦੇ ਵਿੱਚ ਨਹੀਂ ਰਿਹਾ, ਰੰਗ ਨਾ ਕੋਈ ਗਰੀਬ ਰਿਹਾ। ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਵਿੱਚ ਹਰੇਕ ਨੇ ਆਪੋ ਆਪਣੀ ਬਾਰੀ ਅਨੁਸਾਰ ਚਲੇ ਜਾਣਾ। ਕਿਸੇ ਨੇ ਅੱਜ ਜਾਣਾ, ਕਿਸੇ ਨੇ ਕੱਲ ਨੂੰ ਜਾਣਾ। ਇਹ ਆਪੋ ਆਪਣੀ ਬਾਰੀ ਹੈ। ਤੇ ਕਹਿੰਦੇ ਅਸੀਂ ਪਰਮਾਤਮਾ ਦੇ ਕੀਤੇ ਕਰਾਏ ਵਿੱਚ ਇਦਾਂ ਕਿਵੇਂ ਕਰ ਸਕਦੇ ਆ? ਤੇ ਜਿਵੇਂ ਜਿਵੇਂ ਜਿਹਦੀ ਆਯੂ ਲਿਖੀ, ਜਿੰਨੇ ਸਵਾਸ ਲਿਖੇ ਨੇ, ਉਹਨੇ ਭੁਗਤ ਕੇ ਸੰਸਾਰ ਦੇ ਵਿੱਚੋਂ ਜਾਣਾ ਪੈਣਾ। ਤੇ ਕਿਸੇ ਦੀ ਕੋਈ ਕੀ ਮਜਾਲ ਹੈ ਕਿ ਆਪਣੇ ਸਮੇਂ ਤੋਂ ਪਹਿਲਾਂ ਮਰ ਸਕੇ, ਤੇ ਕਿਸੇ ਦੀ ਕੀ ਕੋਈ ਜ਼ਰੂਰਤ ਹੈ ਕਿ ਆਪਣੇ ਸਮੇਂ ਆਉਣ ਤੇ ਕੋਈ ਜੀਵਤ ਰਹਿ ਸਕੇ। ਜਿਵੇਂ ਜਪਜੀ ਸਾਹਿਬ ਦੀ ਗੁਰਬਾਣੀ ਫਰਮਾਉਂਦੀ, ਆਖਣ ਜੋਰ ਚੁੱਪੈ ਨਹਿ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨਸੂਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਦੀ ਛੁੱਟਾ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨਾ ਕੋਏ। ਸਤਿਗੁਰੂ ਜੀ ਕਹਿੰਦੇ ਵੇਖੋ ਵਿਚਾਰ ਕਰਕੇ, ਜੋਰ ਨਾ ਜੀਵਨ। ਕਹਿੰਦੇ ਜੋਰ ਦੇ ਨਾਲ ਕੋਈ ਜੀਵਤ ਨਹੀਂ ਰਹਿ ਸਕਦਾ। ਮਰਨ ਨਹੀਂ ਜੋਰ, ਤੇ ਆਪਦੇ ਜੋਰ ਦੇ ਨਾਲ ਕੋਈ ਮਰ ਵੀ ਨਹੀਂ ਸਕਦਾ। ਇਹ ਸੰਸਾਰ ਦੇ ਵਿੱਚ ਕਹਿੰਦੇ ਪ੍ਰਮਾਤਮਾ ਦੇ ਹੱਥ ਵਸ ਦੇ ਵਿੱਚ ਹੈ। ਜਿਉਣਾ ਮਰਨਾ, ਸੰਸਾਰ ਵਿੱਚ ਆਉਣਾ ਜਾਣਾ, ਇਹ ਪ੍ਰਮਾਤਮਾ ਦੇ ਹੱਥ ਵਸ ਵਿੱਚ ਹੈ। ਕਿਸੇ ਦੇ ਅਧੀਨ ਕੁਝ ਨਹੀਂ ਇਹ ਵਿਚਾਰ। ਕਈ ਦਫਾ ਏਦਾਂ ਦੀ ਵਿਚਾਰ ਹੁੰਦੀ, ਕਈ ਮਨੁੱਖ ਮੌਤ ਦੇ ਮੁਖ ਦੇ ਵਿੱਚੋਂ ਏਦਾਂ ਨਿਕਲ ਆਉਂਦੇ ਨੇ, ਤੇ ਕਈ ਦਫਾ ਚੰਗੇ ਭਲੇ ਮਨੁੱਖ ਨੂੰ ਮੌਤ ਆ ਕੇ ਝਪਟ ਮਾਰ ਦਿੰਦੀ ਹੈ। ਤੇ ਆਮ ਆਪਾਂ ਕਹਿ ਦਿੰਦੇ ਫਲਾਣਾ ਮਨੁੱਖ ਚੰਗਾ ਭਲਾ ਸੀ, ਉਹ ਹੁਣੇ ਗੱਲਾਂ ਪਿਆ ਕਰਦਾ ਸੀ, ਮਰਤੂ ਵੀ ਹੋ ਗਿਆ। ਇਹ ਪ੍ਰਮਾਤਮਾ ਦੇ ਹੱਥ ਵਸ ਦੇ ਵਿੱਚ ਹੈ। ਜ਼ੋਰ ਨਾਲ ਕੋਈ ਜੀ ਨਹੀਂ ਸਕਦਾ, ਤੇ ਜ਼ੋਰ ਦੇ ਨਾਲ ਕੋਈ ਮਰ ਵੀ ਨਹੀਂ ਸਕਦਾ। ਉਸ ਵੇਲੇ ਬੜੀਆਂ ਵਿਚਾਰਾਂ ਕੀਤੀਆਂ, ਆਖਰਕਾਰ ਸਤਿਗੁਰੂ ਜੀ ਨੇ ਵਿਚਾਰ ਕੀਤੀ, ਕਹਿਣ ਲੱਗੇ, ਅਟਲ ਰਾਏ ਜੀ, ਜਾਨ ਤੇ ਫਿਰ ਹੁਣ ਜਿਹੜਾ ਤੁਸੀਂ ਕੰਮ ਕੀਤਾ, ਇਹਦੇ ਬਦਲੇ ਕਿਸੇ ਨੂੰ ਆਪਣੇ ਪ੍ਰਾਣ ਦੇਣੇ ਪੈਣੇ, ਆਪਣਾ ਸਰੀਰ ਤਿਆਗਣਾ ਪੈਣਾ, ਉਹਨਾਂ ਦੀ ਥਾਂ ਤੇ ਮਰਨਾ ਪੈਣਾ। ਜਾਂ ਫਿਰ ਤੁਹਾਨੂੰ ਜਾਣਾ ਪੈਣਾ, ਜਾਂ ਸੰਸਾਰ ਵਿੱਚ ਹੁਣ ਤੁਸੀਂ ਰਹੋਗੇ, ਜਾਂ ਫਿਰ ਅਸੀਂ ਰਵਾਂਗੇ। ਜੇ ਤੁਸੀਂ ਰਹਿਣਾ ਫਿਰ ਅਸੀਂ ਨਹੀਂ ਰਹਿਣਾ, ਜੇ ਅਸੀਂ ਰਹਿਣਾ ਫਿਰ ਤੁਹਾਨੂੰ ਜਾਣਾ ਪੈਣਾ। ਤੇ ਬਾਬਾ ਅਟਲ ਰਾਏ ਜੀ ਨੇ ਮਨ ਦੇ ਵਿੱਚ ਆਗਿਆਕਾਰੀ ਵੀ ਸਨ। ਉਹਨਾਂ ਨੇ ਵਿਚਾਰ ਕੀਤੀ, ਸਤਿਗੁਰੂ ਜੀ ਨੇ ਇਹ ਵਚਨ ਕਹੇ ਨੇ, ਤੇ ਆਗਿਆਕਾਰੀ ਹੋਣ ਦੇ ਨਾਂ ਤੇ ਉਸ ਵੇਲੇ ਕਹਿੰਦੇ ਬਾਬਾ ਅਟਲ ਰਾਏ ਜੀ ਆਪਣੇ ਆਸਣ ਤੇ ਨਹੀਂ ਗਏ, ਉਹ ਵਾਪਸ ਮੁੜ ਗਏ ਉਸੇ ਵਕਤ ਜਿੱਥੇ ਬੀਬੀ ਕੌਲਾਂ ਦਾ ਸਥਾਨ ਹੈ। ਉੱਥੇ ਕਹਿੰਦੇ ਸਰੋਵਰ ਦੇ ਵਿੱਚ ਗਏ, ਜਾ ਕੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ ਬਾਬਾ ਅਟਲ ਰਾਏ ਜੀ ਨੇ ਦੱਬ ਵਿਛਾਲੀ, ਘਾਹ ਵਿਛਾ ਲਿਆ, ਆਸਣ ਲਾ ਲਿਆ। ਜਪਜੀ ਸਾਹਿਬ ਦਾ ਪਾਠ ਪੜ੍ਹ ਕੇ ਚਿੱਟੇ ਰੰਗ ਦਾ ਚਾਦਰਾ ਉੱਤੇ ਲੈ ਲਿਆ, ਲੰਮੇ ਪੈ ਗਏ। ਤੇ ਉਸ ਵੇਲੇ ਕਹਿੰਦੇ ਆਪਣਾ ਸਰੀਰ ਤਿਆਗ ਦਿੱਤਾ। ਕੀ ਹੋਇਆ? ਕਹਿੰਦੇ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਮਿਲੀ, ਸੰਪੂਰਨ ਥੀਆ ਰਾਮ। ਦੇ ਵਿਚਾਰ ਅਨੁਸਾਰ ਕਹਿੰਦੇ ਬਾਬਾ ਅਟਲ ਰਾਏ ਜੀ ਆਪਣੇ ਸਰੀਰ ਨੂੰ ਤਿਆਗ ਕੇ ਸੱਚਖੰਡ ਵਿੱਚ ਜਾ ਵਿਰਾਜਮਾਨ ਹੋ ਗਏ, ਜੋ ਕਿ ਅਸੂ 10 ਵਦੀ ਨੂੰ ਸੰਮਤ 1684 ਨੂੰ ਉਸ ਵੇਲੇ ਬਾਬਾ ਅਟਲ ਰਾਏ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ। ਤੇ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਫੁੱਲ ਚਾੜਨਾ ਕੀਤੇ। ਜੇ ਇਸ ਵੇਲੇ ਪਤਾ ਲੱਗਿਆ ਸੇਵਕਾਂ ਨੂੰ ਕਿ ਬਾਬਾ ਅਟਲ ਰਾਏ ਜੀ ਆਪਣੇ ਆਸਣ ਤੇ ਨਹੀਂ ਹੈ, ਆਪਣੇ ਘਰ ਦੇ ਵਿੱਚ ਨਹੀਂ ਹੈ,
ਦੇਖਭਾਲ ਕੀਤੀ, ਪਤਾ ਲੱਗਿਆ ਬਾਬਾ ਟਲ ਰਾਏ ਜੀ ਬੀਬੀ ਕੌਲਾ ਵਾਲੇ ਆਸਣ ਉੱਥੇ ਸਰੋਵਰ ਵਿੱਚ ਇਸ਼ਨਾਨ ਕਰਕੇ ਅੰਤ ਵੇਲੇ ਦੇ ਸਵਾਸ ਪ੍ਰਾਪਤ ਕਰਕੇ ਸੱਚਖੰਡ ਵਿੱਚ ਜਾ ਬਰਾਜੇ ਨੇ। ਤੇ ਸਤਿਗੁਰੂ ਜੀ ਦੇ ਕੋਲੇ ਮੈਸੇਜ ਸੁਨੇਹਾ ਦਿੱਤਾ ਗਿਆ। ਸਤਿਗੁਰੂ ਜੀ ਵੀ ਸੇਵਕਾਂ ਸਮੇਤ ਸਤਿਕਾਰਯੋਗ ਦਮੋਦਰੀ ਜੀ, ਸਤਿਕਾਰਯੋਗ ਮਾਂ ਦੇਵੀ ਜੀ, ਸਤਿਕਾਰਯੋਗ ਨਾਨਕੀ ਜੀ, ਉਹ ਤਿੰਨੋਂ ਮਾਤਾਵਾਂ ਕਹਿੰਦੇ ਦੌੜੀਆਂ ਗਈਆਂ, ਜਾ ਕੇ ਦੇਖਿਆ, ਬੜਾ ਬਿਰਲਾਪ ਕਰਨ ਲੱਗੇ ਨੇ। ਆਖਿਰਕਾਰ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਨੇ ਬਾਬਾ ਟਲ ਰਾਏ ਜੀ ਦੇ ਇਸ ਕੀਤੇ ਵਿਚਾਰ ਨੂੰ ਦੇਖਣ ਲੱਗੇ ਨੇ ਤੇ ਉੱਥੇ ਬਚਨ ਉਚਾਰਨ ਕੀਤੇ। ਕਹਿੰਦੇ ਆਪ ਜੀ ਨੇ ਗੁਰੂ ਨਾਨਕ ਦੇ ਦਰ ਕਰ ਦੀ ਵਿਚਾਰ ਨੂੰ ਸਮਝਣਾ ਕੀਤਾ, ਬਚਨਾਂ ਦੇ ਫੁੱਲ ਚਾੜਨਾ ਕੀਤੇ। ਉਸ ਵੇਲੇ ਸਤਿਗੁਰੂ ਜੀ ਨੇ ਬਚਨ ਕੀਤੇ, ਕਹਿੰਦੇ ਬਾਬਾ ਟਲ ਰਾਏ ਜੀ, ਸੰਸਾਰ ਦੇ ਵਿੱਚ ਤੁਹਾਡਾ ਨਾਮ ਪ੍ਰਸਿੱਧ ਰਹੇਗਾ। ਇੱਕ ਦਰਬਾਰ ਸਾਹਿਬ, ਦੂਜਾ ਤੁਹਾਡਾ ਇਹ ਜਿਹੜਾ ਅਸਥਾਨ ਹੈ, ਇਹ ਪ੍ਰਸਿੱਧ ਹੋਣਗੇ ਅੰਮ੍ਰਿਤਸਰ ਦੀ ਧਰਤੀ ਤੇ। ਸੰਸਾਰ ਦੇ ਲੋਕ ਤੁਹਾਨੂੰ ਆ ਕੇ ਨਤਮਸਤਕ ਹੋਣਗੇ, ਤੁਹਾਡਾ ਸਤਿਕਾਰ ਪੇ ਕਰਨਗੇ। ਤੁਹਾਡਾ ਜਿਹੜਾ ਇਹ ਅਸਥਾਨ ਹੈ, ਇਹ ਬੜਾ ਪ੍ਰਸਿੱਧ ਹੋਵੇਗਾ, ਬੜਾ ਉੱਚੇ ਥਾਂ ਤੇ ਜਾਵੇਗਾ। ਤੇ ਇੱਥੇ ਆ ਕੇ ਤੁਹਾਡੇ ਸਨਮੁਖ ਮਨੋਕਾਮਨਾਵਾਂ ਸੰਗਤਾਂ ਪੂਰੀਆਂ ਕਰਨਗੀਆਂ, ਬਖਸ਼ਿਸ਼ਾਂ ਰਹਿਮਤਾਂ ਆਉਣਗੀਆਂ। ਬੇਅੰਤ ਬਚਨ ਉਚਾਰਨ ਕੀਤੇ ਸਤਿਗੁਰੂ ਜੀ ਨੇ। ਉਸ ਵੇਲੇ ਆਖਰਕਾਰ ਬਾਬਾ ਟਲ ਰਾਏ ਜੀ ਦੇ ਜਿਹੜੇ ਜੋਤੀ ਜੋਤ ਸਮਾਏ ਹੋਏ ਸਰੀਰ ਨੂੰ ਕਹਿੰਦੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਗੁਰਬਾਣੀ ਦੇ ਬੇਅੰਤ ਅਥਾਹ ਪ੍ਰਵਾਹ ਚਲਾਏ ਗਏ। ਸਤਿਗੁਰੂ ਜੀ ਦੀ ਕਿਰਪਾ ਹੋਈ, ਕਥਾ ਕੀਰਤਨ ਦੇ ਦੀਵਾਨ ਸਜਣਾ ਕੀਤੇ ਨੇ, ਭੋਗ ਪਾਏ ਗਏ ਨੇ। ਤੇ ਸਤਿਗੁਰੂ ਜੀ ਨੇ ਇਦਾਂ ਕਰਕੇ ਵਿਚਾਰ ਵਰਣਨ ਕਰਨਾ ਕੀਤੀ। ਉਸ ਵੇਲੇ ਬਾਬਾ ਟਲ ਰਾਏ ਜੀ ਇਦਾਂ ਫਾਨੀ ਸੰਸਾਰ ਦੇ ਵਿੱਚੋਂ ਜੋਤੀ ਜੋਤ ਸਮਾ ਗਏ ਸਨ, ਇਦਾਂ ਚਲੇ ਗਏ ਸਨ। ਬੜੀ ਬਖਸ਼ਿਸ਼ ਰਹਿਮਤ ਸੀ ਬਾਬਾ ਟਲ ਰਾਏ ਜੀ ਦੇ ਉੱਤੇ। ਉਹਨਾਂ ਨੇ ਜੋ ਬਚਨ ਕਹਿਣੇ ਉਹ ਬਚਨ ਪੂਰੇ ਹੁੰਦੇ ਸਨ। ਕੱਲ ਵੀ ਬੇਨਤੀ ਕੀਤੀ ਸੀ, ਕਹਿੰਦੇ ਸੰਸਾਰ ਵਿੱਚ ਵਿਦਵਾਨ ਲੋਕ ਦੱਸਦੇ ਨੇ, ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਦਾ ਬੋਲਿਆ ਬਿਰਥਾ ਨਾ ਜਾਏ। ਕੋਈ ਵੀ ਗੁਰਮੁਖ ਹੈ, ਕੋਈ ਵੀ ਸਤਿਗੁਰ ਦਾ ਸੇਵਕ ਹੈ, ਬਾਣੀ ਪੜਨ ਵਾਲਾ, ਬਾਣੇ ਵਾਲਾ, ਸਤਿਗੁਰ ਦੇ ਸਨਮੁਖ ਪਿਆਰ ਕਰਨ ਵਾਲਾ, ਉਹ ਜੇਕਰ ਸਹਿਜ ਸੁਭਾਏ ਬਚਨ ਕਹਦੇ, ਬਚਨ ਪੂਰੇ ਜ਼ਰੂਰ ਹੁੰਦੇ ਨੇ, ਅਧੂਰੇ ਨਹੀਂ ਜਾਂਦੇ। ਸਮਾਂ ਭਾਵੇਂ ਲੱਗ ਸਕਦਾ, ਪਰ ਉਹ ਬਚਨਾਂ ਦੇ ਉੱਤੇ ਸਤਿਗੁਰ ਦੀ ਪੂਰਨ ਕਿਰਪਾ ਰਹਿਮਤ ਵਰਤਦੀ ਹੈ। ਇਸ ਕਰਕੇ ਆਓ ਸਤਿਗੁਰ ਦੇ ਸਨਮੁਖ ਬਾਣੀ ਪੜ੍ਹਨੀ, ਬਾਣੀ ਸਰਵਣ ਕਰਨੀ, ਸਤਿਗੁਰ ਦੇ ਸਨਮੁਖ ਵੱਧ ਤੋਂ ਵੱਧ ਪਿਆਰ ਹਿਰਦੇ ਵਿੱਚ ਜਿਤਾਉਣ ਦਾ ਯਤਨ ਕਰੀਏ, ਤਾਂ ਕਿ ਸਾਡੇ ਦੇ ਉੱਤੇ ਵੀ ਸਤਿਗੁਰ ਦੀ ਕਿਰਪਾ ਹੋ ਜੇ, ਅਸੀਂ ਵੀ ਸਤਿਗੁਰ ਦੇ ਪ੍ਰੇਮੀ ਬਣ ਕੇ ਉਹ ਵਿਚਾਰ ਪ੍ਰਾਪਤ ਕਰ ਲਈਏ ਕਿ ਸਤਿਗੁਰੂ ਜੀ ਸਾਡੇ ਤੇ ਵੀ ਕਿਰਪਾ ਰਹਿਮਤ ਕਰ ਦੇਵਨ, ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣ। ਸਤਿਗੁਰੂ ਜੀ ਆਓ ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਗੁਰੂ ਚਰਨਾਂ ਦੇ ਵਿੱਚ ਵਿਚਾਰ ਕਰਦੇ ਆ, ਕਥਾ ਕਰਦੇ ਆ, ਅਨੇਕ ਪ੍ਰਕਾਰ ਦੀਆਂ तमाम ਗਲਤੀਆਂ, ਖਰਵਾਦਾ ਘਾਟਾ ਸਤਿਗੁਰੂ ਦੀ ਭੁੱਲ ਚੁੱਕ ਮਾਫ ਕਰਨਾ। ਅੱਗੇ ਤੋਂ ਸਮੱਧ ਬਖਸ਼ਣ, ਬਾਣੀ ਪੜਨ ਦੀ, ਕਥਾ ਵਿਚਾਰ ਕਰਨ ਦੀ। ਸਤਿਗੁਰੂ ਜੀ ਬਲ ਬੁੱਧੀ ਸਮਰੱਥਾ ਬਖਸ਼ਣ। ਅੱਗੇ ਵਿਚਾਰ ਕਰਾਂਗੇ ਕਿਵੇਂ ਕਿਵੇਂ ਕਰਕੇ ਸਤਿਗੁਰੂ ਜੀ ਬਾਬਾ ਟਲ ਰਾਏ ਦੇ ਇਸ ਵਿਚਾਰ ਤੋਂ ਪ੍ਰੰਤ ਕੀ ਕੀ ਹੁਕਮ ਉਚਾਰਨ ਕਰਦੇ ਆ, ਕਿਵੇਂ ਕਿਵੇਂ ਬਖਸ਼ਿਸ਼ਾਂ ਰਹਿਮਤਾਂ ਵਰਤਾਉਂਦੇ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਪਿਆਰਿਓ ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਆਓ ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਕਿਰਪਾ ਕਰਦੇ ਨੇ।